ਅੱਜ मैं तुहाडे नाल एक ऐसे स्थान के बारे विचार करांगा जिहड़ा कि गुरु नानक पातशाह जी की चरण छोह प्राप्त है ਅਤੇ ਇਹ स्थान ਝੰਗ ਮਗਿਆਣੇ ਦੇ ਜ਼ਿਲ੍ਹੇ ਵਿੱਚ ਟੋਭਾ ਟੇਕ ਸਿੰਘ ਰੋਡ ਦੇ ਉੱਤੇ ਝੰਗ ਤੋਂ ਕਰੀਬ 12 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈ। ਇਹ ਸਥਾਨ ਉਹ ਹੈ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਮੱਕੇ ਮਦੀਨੇ ਗਏ ਸਨ। ਇੱਥੇ ਅੱਜ ਕੱਲ੍ਹ ਦੇ ਦਿਨਾਂ ਭਾਵ ਚੌਮਾਸੇ ਦੇ ਦਿਨਾਂ ਵਿੱਚ ਉੱਥੇ 1 ਮਹੀਨਾ ਦੇ ਕਰੀਬ ਟਿਕੇ ਸਨ ਅਤੇ ਜਦੋਂ ਵਾਪਸੀ 'ਤੇ ਆਏ ਸਨ ਤਾਂ ਉਦੋਂ ਵੀ ਉਹ 1 ਮਹੀਨੇ ਦੇ ਕਰੀਬ ਇੱਥੇ ਹੀ ਟਿਕੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਆਨੰਦਗੜ੍ਹ ਦੇ ਕਿਲੇ ਵਿੱਚ ਸਨ ਤਾਂ ਉਸ ਵੇਲੇ ਉਹਨਾਂ ਦਾ ਇੱਕ ਸੇਵਕ ਭਗਤ ਸਿੰਘ ਜਿਹੜਾ ਕਿ ਘੋੜਿਆਂ ਦੀ ਸੇਵਾ ਕਰਿਆ ਕਰਦਾ ਸੀ, ਘੋੜਿਆਂ ਦੇ ਸੇਵਾ ਕਰਦੇ ਹੋਏ ਉਹਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਕਿ ਸੱਚੇ ਪਾਤਸ਼ਾਹ ਜੀ ਉਹ ਤੁਹਾਡਾ ਸਿੱਖ ਭਗਤਾ ਲੰਗਰ ਵਿੱਚ ਪ੍ਰਸ਼ਾਦੇ ਵੀ ਛਕਦਾ ਅਤੇ ਤਨਖਾਹ ਵੀ ਲੈਂਦਾ ਹੈ। ਤਾਂ ਉਹਨਾਂ ਨੇ ਗੁਰੂ ਸਾਹਿਬ ਨੇ ਉਹਨੂੰ ਬੁਲਾਇਆ ਤਾਂ ਗੁਰੂ ਸਾਹਿਬ ਨੂੰ ਉਹਨੇ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਉਹ ਰਸਤ ਪਾਣੀ ਦੀ ਕਿੱਲਤ ਹੋਣ ਕਰਕੇ ਮੈਂ ਸੰਗਤਾਂ ਦੇ ਵਾਸਤੇ ਇਹ ਸੋਚ ਕੇ ਜਿਹੜੀ ਘੋੜਿਆਂ ਦੀ ਲਿੱਦ ਹੈ ਉਹਦੇ ਜਿਹੜੇ ਕੱਟੇ ਹੋਏ ਦਾਣੇ ਜਾਂ ਜਿਹੜੇ ਅਨਡਾਈਜੈਸਟਿਡ ਦਾਣੇ ਹੁੰਦੇ ਨੇ ਉਹਨਾਂ ਨੂੰ ਕੱਢ ਕੇ ਧੋ ਸਵਾਰ ਕੇ ਸੁਕਾ ਕੇ ਪੀਸ ਕੇ ਉਹਦਾ ਆਟਾ ਤਿਆਰ ਕਰਕੇ ਲੰਗਰ ਤਿਆਰ ਕਰਕੇ ਆਪ ਛਕਦਾ ਅਤੇ ਆਪਣੀ ਪਤਨੀ ਨੂੰ ਸੱਚੇ ਪਾਤਸ਼ਾਹ ਜੀ ਨੇ ਉਹਦੀ ਇਸ ਘਾਲ ਮੁਸ਼ੱਕਤ ਨੂੰ ਦੇਖਦੇ ਹੋਏ ਖੁਸ਼ ਹੋ ਕੇ ਉਹਨੂੰ ਛਾਤੀ ਦੇ ਨਾਲ ਲਗਾਇਆ ਅਤੇ ਉਹਨੂੰ ਕਿਹਾ ਭਗਤਿਆ ਤੇਰੀ ਭਗਤੀ ਪੂਰਨ ਹੋਈ ਹੈ, ਮੰਗ ਕੀ ਮੰਗਦਾ ਹੈ। ਉਹਨੇ ਕਿਹਾ ਸੱਚੇ ਪਾਤਸ਼ਾਹ ਜੀ ਮੈਨੂੰ ਆਪ ਜੀ ਦੇ ਚਰਨਾਂ ਦੀ ਧੂੜ ਚਾਹੀਦੀ ਹੈ। ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦੇਖਦੇ ਹੋਏ ਉਹਨਾਂ ਦੀ ਭਗਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਕਿਹਾ ਕਿ ਤੁਸੀਂ ਭਾਈ ਫਲਾਣੀ ਥਾਂ 'ਤੇ ਚਲੇ ਜਾਓ। ਜਦੋਂ ਉਹ ਉਸ ਥਾਂ 'ਤੇ ਗਏ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਵੀ ਮੈਂ ਕਿੱਥੇ ਜਾਣਾ ਅਤੇ ਕਿੱਥੇ ਨਹੀਂ ਜਾਣਾ। ਤਾਂ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਆਪਣੀ ਭਗਤੀ ਵਿੱਚ ਧਿਆਨ ਰੂਪ ਹੋ ਕੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਜਿੱਥੇ ਆਪ ਜੀ ਨੇ ਭੇਜਣਾ ਚਾਹੁੰਦੇ ਹੋ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿੱਥੇ ਜਾਣਾ ਹੈ ਅਤੇ ਕਿੱਥੇ ਨਹੀਂ ਜਾਣਾ। ਤਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਬੰਦਗੀ ਦੇ ਵਿੱਚ ਬੈਠੇ ਹੋਏ ਮੈਡੀਟੇਸ਼ਨ ਦੇ ਦੌਰਾਨ ਧਿਆਨ ਦੇ ਵਿੱਚ ਹੀ ਉਹਨਾਂ ਨੂੰ ਕਿਹਾ ਕਿ ਭਗਤਿਆ ਮੇਰੇ ਪਿੱਛੇ ਪਿੱਛੇ ਆ ਜਾ। ਭਗਤ ਸਿੰਘ ਉਹਨਾਂ ਦੇ ਪਿੱਛੇ ਪਿੱਛੇ ਚਲਾ ਗਿਆ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਦੱਸਿਆ ਵੀ ਇਸ ਸਥਾਨ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਆ ਕੇ ਬਿਰਾਜਮਾਨ ਹੋਏ ਸਨ ਅਤੇ ਸੰਗਤਾਂ ਨਾਲ ਵਿਚਾਰ ਕੀਤੀ ਸੀ। ਇਹ ਫਲਾਣੀ ਸਥਾਨ ਦੇ ਉੱਤੇ ਇੱਕ ਤੁਸੀਂ ਸਰੋਵਰ ਬਣਾਉਣਾ ਹੈ। ਇਸ ਸਥਾਨ ਦੇ ਉੱਤੇ ਜਿੱਥੇ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਏ ਸਨ ਉਸ ਸਥਾਨ ਦੇ ਉੱਤੇ ਤੁਸੀਂ ਇੱਕ ਗੁਰੂ ਸਾਹਿਬ ਦਾ ਘਰ ਬਣਾਉਣਾ ਹੈ, ਭਾਵ ਗੁਰਦੁਆਰਾ ਸਾਹਿਬ ਤਿਆਰ ਕਰਨਾ ਹੈ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੁਸੀਂ ਕਰੋਗੇ ਅਤੇ ਆਪਣੇ ਇੱਕ ਲੰਗਰ ਦਾ ਸਥਾਨ ਬਣਾਉਣਾ ਅਤੇ ਰਹਾਇਸ਼ ਵਾਸਤੇ ਵੀ ਉਹਨਾਂ ਦੇ ਸਥਾਨ ਦੱਸੇ ਵੀ ਤੁਸੀਂ ਇਸ ਪਾਸੇ ਰਹਾਇਸ਼ ਤਿਆਰ ਕਰਨੀ ਹੈ। ਜਦੋਂ ਸਵੇਰ ਵੇਲੇ ਜਦੋਂ ਆਪਣੀ ਬੰਦਗੀ ਤੋਂ ਉੱਠ ਕੇ ਦੇਖਿਆ ਉਹਨਾਂ ਨੇ ਕਿ ਸੱਚਮੁੱਚ ਉੱਥੇ ਘੋੜਿਆਂ ਦੇ ਪੌੜ ਲੱਗੇ ਹੋਏ ਸਨ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਤਮਸਤਕ ਹੋ ਕੇ ਉਹਨਾਂ ਨੇ ਸਮਾਧੀ ਦੇ ਵਿੱਚ ਹੀ ਉਹਨਾਂ ਅਸਥਾਨਾਂ 'ਤੇ ਹੀ ਸੇਵਾ ਆਰੰਭ ਕਰ ਲਈ। ਸਮਾਂ ਪੈਣ 'ਤੇ ਉਹਨਾਂ ਦਾ ਕਾਰੋਬਾਰ ਵੀ ਚੱਲਿਆ ਕਿਉਂਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਵਾਰ ਦਿੱਤਾ ਸੀ ਕਿ ਤੁਹਾਡਾ ਸਿੱਕਾ ਚੱਲੇਗਾ, ਭਾਵ ਤੁਹਾਡੀ ਹੁੰਡੀ ਚੱਲੇਗੀ, ਜਿਸ ਨੂੰ ਤੁਸੀਂ ਲਿਖ ਕੇ ਦਿਓਗੇ ਉਹ ਤੁਹਾਡੇ ਨਾਮ ਦੇ ਤੁਹਾਡੇ ਦਸਤਖਤ ਦੇਖ ਕੇ ਤੁਹਾਡੇ ਹਸਤਾਖਰ ਦੇਖ ਕੇ ਜਿੰਨੇ ਪੈਸੇ ਤੁਸੀਂ ਲਿਖੋਗੇ ਉਸ ਵਿਅਕਤੀ ਨੂੰ ਦੇ ਕੇ ਜਾਣਗੇ। ਉਹਨਾਂ ਦੇ ਬਚਨ ਪੂਰੇ ਹੁੰਦਿਆਂ ਹੀ ਉਹਨਾਂ ਦਾ ਜਿਹੜਾ ਕਾਰੋਬਾਰ ਵੀ ਵਧਿਆ ਅਤੇ ਉਹਨਾਂ ਦੇ ਨਾਮ ਦੇ ਉੱਤੇ ਹੁੰਡੀ ਵੀ ਚੱਲਦੀ ਰਹੀ ਅਤੇ ਜਿਸ ਕਰਕੇ ਕਿ ਸਾਡਾ ਜਿਹੜਾ ਇਹ ਪਰਿਵਾਰ ਹੈ ਸਿੱਕਾ ਪਰਿਵਾਰ ਬੜਾ ਹੀ ਮਸ਼ਹੂਰ ਹੋਇਆ। ਅਤੇ ਉਹਨਾਂ ਨੇ ਉਸ ਵੇਲੇ ਲਹਿੰਦੇ ਪੰਜਾਬ ਦੇ ਵਿੱਚ ਭਾਵ ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਉਸ ਵਿੱਚ ਗੁਰੂ ਸਾਹਿਬ ਦਾ ਅੰਮ੍ਰਿਤ ਪ੍ਰਚਾਰ ਵੀ ਕੀਤਾ ਅਤੇ ਸਿੱਖੀ ਦਾ ਪ੍ਰਚਾਰ ਵੀ ਕੀਤਾ। ਉਹਨਾਂ ਦੀ ਜਿਹੜੀ ਪੁਸ਼ਤ ਦਰ ਪੁਸ਼ਤ ਸੀ ਉਹ 1947 ਤੱਕ ਉੱਥੇ ਰਹੀ ਅਤੇ 1947 ਦੇ ਵਿੱਚ ਜਦੋਂ ਪਾਕਿਸਤਾਨ ਅਤੇ ਭਾਰਤ ਦੀ ਵੰਡ ਹੋਈ ਤਾਂ ਇਹ ਸਥਾਨ ਉੱਥੇ ਹੀ ਰਹਿ ਗਿਆ। ਲੇਕਿਨ ਜਿੰਨੇ ਵੀ ਉਸ ਸਿੱਕਾ ਪਰਿਵਾਰ ਦੇ ਮੈਂਬਰ ਸਨ ਉਹ ਹਿੰਦੁਸਤਾਨ ਦੇ ਵਿੱਚ ਆ ਗਏ ਅਤੇ ਦਾਸ ਸਰਬਜੀਤ ਸਿੰਘ ਸਿੱਕਾ ਉਹਨਾਂ ਦੀ 8ਵੀਂ ਪੀੜ੍ਹੀ ਦੇ ਵਿੱਚੋਂ ਹੈ। ਅਤੇ ਮੇਰੀ ਇਹ ਗੁਜ਼ਾਰਿਸ਼ ਹੈ ਕਿ ਇਹ ਇਤਿਹਾਸਕ ਸਥਾਨ ਹੈ ਪਾਕਿਸਤਾਨ ਗੁਰਦੁਆਰਾ ਸਿੱਖ ਪ੍ਰਬੰਧਕ ਕਮੇਟੀ ਜਾਂ ਪਾਕਿਸਤਾਨ ਸਰਕਾਰ ਜੋ ਵੀ ਚਾਹੇ ਇਸ ਸਥਾਨ ਦੀ ਸਾਂਭ ਸੰਭਾਲ ਕਰੇ ਤਾਂ ਜੋ ਸੰਗਤਾਂ ਉਸ ਸਥਾਨ 'ਤੇ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਛੋਹ ਪ੍ਰਾਪਤ ਸਥਾਨ ਦੇ ਉੱਤੇ ਨਤਮਸਤਕ ਹੋਵੇ ਅਤੇ ਲਾਭ ਲੈ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।